ਇੱਕ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਦੀਵਾਨ ਸਜਾ ਕੇ ਸਤਨਾਮ ਦਾ ਪ੍ਰਚਾਰ ਕਰ ਰਹੇ ਸਨ ਤਾਂ ਇੱਕ ਬੋੜੂ ਨਾਮ ਨਾਲ ਦਾ ਸੁਨਿਆਰਾ ਇਸ ਸਿੱਖ ਗੁਰੂ ਜੀ ਦੇ ਦਰਸ਼ਨ ਨੂੰ ਆਇਆ। ਭੇਟਾ ਰੱਖ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਦੀਨ ਹੋ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਆਪ ਦੀ ਸ਼ਰਨ ਆਇਆ ਹਾਂ, ਇਸ ਭਵਜਲ ਸੰਸਾਰ ਤੋਂ ਪਾਰ ਕਰੋ। ਭਾਈ ਬੋੜੂ ਦੇ ਉੱਤਮ ਕਰਮ ਜਾਗ ਆਏ। ਗੁਰੂ ਜੀ ਉਸ ਦੀ ਪ੍ਰੇਮ ਪੂਰਵਕ ਬੇਨਤੀ ਨੂੰ ਸੁਣ ਕੇ ਪ੍ਰਸੰਨ ਹੋ ਗਏ। ਗੁਰੂ ਜੀ ਨੇ ਪੁੱਛਿਆ ਕਿ ਕੀ ਕੰਮ ਕਰਦੇ ਹੋ ਔਰ ਕਿਸ ਤਰ੍ਹਾਂ ਦੀ ਕਮਾਈ ਕਰਕੇ ਗੁਜ਼ਾਰਨ ਕਰਦੇ ਹੋ। ਬੋੜੂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਅੰਤਰਜਾਮੀ ਘਟ ਘਟ ਦੇ ਜਾਣਨ ਹਾਰੇ ਮੈਨੂੰ ਪੁੱਛਦੇ ਹੋ। ਅੱਛਾ, ਆਪ ਦੀ ਆਗਿਆ ਅਨੁਸਾਰ ਮੈਂ ਬੇਨਤੀ ਕਰਦਾ ਹਾਂ। ਮਹਾਰਾਜ ਜੀ, ਦਾਸ ਸੁਨਿਆਰੇ ਦਾ ਕੰਮ ਕਰਦਾ ਹੈ ਔਰ ਸੋਨੇ ਦੀ ਚੋਰੀ ਕਰਕੇ ਕੁਝ ਪਾਪ ਦੀ ਕਮਾਈ ਨਾਲ ਗੁਜ਼ਾਰਨ ਹੈ। ਹੁਣ ਆਪ ਦੀ ਸ਼ਰਨ ਹਾਜ਼ਰ ਹੋ ਗਿਆ ਹਾਂ, ਜਿਵੇਂ ਆਪ ਦਾ ਹੁਕਮ ਹੋਵੇ ਸੋ ਕਰਾਂ। ਗੁਰੂ ਜੀ ਬੋਲੇ, ਚੋਰੀ ਤਾਂ ਠੀਕ ਨਹੀਂ। ਸੋ ਭਾਈ ਬੋੜੂ, ਜਿਤਨਾ ਚਿਰ ਮਨ ਸਾਫ਼ ਪਵਿੱਤਰ ਨਾ ਹੋਵੇ ਉਪਦੇਸ਼ ਨਹੀਂ ਟਿਕ ਸਕਦਾ। ਇਸ ਲਈ ਆਪ ਨੂੰ ਜੇਕਰ ਗੁਰੂ ਘਰ ਦਾ ਉਪਦੇਸ਼ ਲੈ ਕੇ ਸੰਸਾਰ ਚੱਕਰ ਤੋਂ ਛੁਟਕਾਰਾ ਪਾਉਣ ਦੀ ਇੱਛਾ ਹੈ ਤਾਂ ਗੁਰੂ ਦੇ ਲੰਗਰ ਦੀ ਸੇਵਾ ਕਰੋ, ਭਾਂਡੇ ਮਾਂਜੋ ਔਰ ਸਤਨਾਮ ਦਾ ਜਾਪ ਕਰੋ। ਜਦ ਮਨ ਨਿਰਹੰਕਾਰ ਔਰ ਸ਼ੁੱਧ ਹੋ ਜਾਵੇਗਾ ਤਾਂ ਗਿਆਨ ਪ੍ਰਕਾਸ਼ ਆਵੇਗਾ। ਜਿਸ ਪ੍ਰਕਾਰ ਸਿਪ ਸਵੰਤੀ ਬੂੰਦ ਨੂੰ ਲੈ ਕੇ ਤ੍ਰਿਪਤ ਹੋ ਜਾਂਦਾ ਹੈ, ਠੀਕ ਇਸੇ ਪ੍ਰਕਾਰ ਭਾਈ ਬੋੜੂ ਸਤਿਗੁਰਾਂ ਦਾ ਉਪਦੇਸ਼ ਪਾ ਕੇ ਆਨੰਦ ਹੋ ਗਿਆ ਅਤੇ ਗੁਰੂ ਘਰ ਦੀ ਸੇਵਾ ਵਿੱਚ ਜੁਟ ਪਿਆ। ਦਿਨ ਰਾਤ ਸੇਵਾ ਵਿੱਚ ਇੱਕ ਕਰ ਦਿੱਤਾ। ਗੁਰੂ ਘਰ ਦੀਆਂ ਦਰੀਆਂ ਝਾੜ ਕੇ ਵਿਛਾਉਣੀਆਂ, ਝਾੜੂ ਕਰਨਾ, ਲੰਗਰ ਦੇ ਭਾਂਡੇ ਮਾਂਜਣੇ ਔਰ ਇੱਕ ਮਨ ਹੋ ਕੇ ਸਵਾਸ ਸਵਾਸ ਸਤਨਾਮ ਸ੍ਰੀ ਵਾਹਿਗੁਰੂ ਦਾ ਉਪਚਾਰ ਕਰਨ ਲੱਗਾ। ਇੱਥੋਂ ਤੱਕ ਸੇਵਾ ਵਿੱਚ ਤਤਪਰ ਹੋਇਆ ਜੋ ਆਪਣੇ ਸਰੀਰ ਦੀ ਸੁੱਧ ਨਾ ਰਹੀ। ਇਤਨੀ ਵੀ ਫੁਰਸਤ ਨਾ ਮਿਲੇ ਜੋ ਇਸ਼ਨਾਨ ਪਾਣੀ ਵੀ ਹੋ ਸਕੇ। ਸਿਰ ਦੇ ਕੇਸਾਂ ਦਾ ਜਾਫਾ ਬਚ ਗਿਆ। ਕੰਘਾ ਕੀਤਿਆਂ ਕਈ ਦਿਨ ਗੁਜ਼ਰ ਗਏ। ਸਰੀਰ ਹਾਥੀ ਦੀ ਖੱਲ ਵਾਂਗ ਹੋ ਗਿਆ। ਕਿਸੇ ਨਾਲ ਵੀ ਭਾਈ ਬੋੜੂ ਗੱਲਬਾਤ ਨਾ ਕਰਦਾ। ਇੱਕ ਪ੍ਰੇਮ ਦੀ ਸੇਵਾ ਵਿੱਚ ਹੀ ਮਗਨ ਤੇ ਸਤਨਾਮ ਦਾ ਸਿਮਰਨ ਰੱਖਦਾ। ਕੱਪੜੇ ਮੈਲੇ ਚਿੱਕੜ ਹੋ ਗਏ। ਇੱਕ ਦਿਨ ਗੁਰਸਿੱਖਾਂ ਨੇ ਭਾਈ ਬੋੜੂ ਦੀ ਸੇਵਾ ਵੇਖ ਕੇ ਪ੍ਰਸੰਨ ਹੋ ਕੇ ਆਖਿਆ, ਭਾਈ ਬੋੜੂ ਸਾਡੇ ਨਾਲ ਚੱਲ। ਭਾਈ ਬੋੜੂ ਸਤ ਬਚਨ ਕਹਿ ਕੇ ਤੁਰ ਪਿਆ। ਗੁਰਸਿੱਖਾਂ ਨੇ ਦਰਿਆ ਤੇ ਜਾ ਕੇ ਭਾਈ ਬੋੜੂ ਨੂੰ ਇਸ਼ਨਾਨ ਕਰਵਾਇਆ। ਸਰੀਰ ਨੂੰ ਮਲ ਮਲ ਕੇ ਮੈਲ ਲਾਹੀ, ਕੱਪੜੇ ਧੋ ਕੇ ਗਲ ਪਵਾਏ, ਕੇਸੀ ਇਸ਼ਨਾਨ ਕਰਾ ਕੇ ਕੰਘਾ ਕੀਤਾ, ਉਜਲਾ ਕਰਕੇ ਆਖਿਆ, ਚੱਲੋ ਗੁਰੂ ਘਰ ਨੂੰ। ਭਾਈ ਬੋੜੂ ਜਾਪ ਕਰਦਾ ਹੋਇਆ ਸਿੱਧਾ ਲੰਗਰ ਨੂੰ ਪਹੁੰਚਾ। ਅੱਗੇ ਸੰਗਤਾਂ ਪ੍ਰਸ਼ਾਦਾ ਛਕ ਕੇ ਉੱਠੀਆਂ ਹੀ ਸਨ ਜਾਂ ਭਾਈ ਬੋੜੂ ਜੂਠੀਆਂ ਪੱਤਲਾਂ ਡੂਨੇ ਚੁੱਕ ਕੇ ਸੁੱਟਣ ਦੀ ਸੇਵਾ ਵਿੱਚ ਲੱਗ ਗਿਆ। ਉਸ ਤੋਂ ਬਾਅਦ ਲੰਗਰ ਦੇ ਭਾਂਡੇ ਮਾਂਜਣ ਲੱਗਾ। ਇਸੇ ਤਰ੍ਹਾਂ ਪ੍ਰੇਮ ਵਿੱਚ ਜੁਟਿਆਂ ਹੋਇਆਂ ਨੂੰ ਕਈ ਦਿਨ ਫੇਰ ਬੀਤ ਗਏ। ਸੱਚੀ ਸੇਵਾ ਅਰ ਪ੍ਰੇਮ ਭਗਤੀ ਨੂੰ ਵੇਖ ਕੇ ਇੱਕ ਦਿਨ ਗੁਰੂ ਜੀ ਲੰਗਰ ਵਿੱਚ ਉਸ ਵਕਤ ਗਏ ਜਿਸ ਵਕਤ ਭਾਈ ਬੋੜੂ ਭਾਂਡੇ ਮਾਂਜ ਰਿਹਾ ਸੀ। ਗੁਰੂ ਜੀ ਨੂੰ ਵੇਖ ਕੇ ਬੋੜੂ ਚਰਨਾਂ ਤੇ ਡਿੱਗ ਪਿਆ ਅਰ ਪ੍ਰੇਮ ਦੇ ਅਥਰੂਆਂ ਨਾਲ ਚਰਨ ਧੋ ਦਿੱਤੇ। ਗੁਰੂ ਅਰਜਨ ਦੇਵ ਜੀ ਨੇ ਆਖਿਆ, ਭਾਈ ਬੋੜੂ ਵੇਲਾ ਹੈ, ਵੇਲਾ ਹੋ ਕੇ ਪਿਛਲੇ ਪੈਰ ਦੀਵਾਨ ਵਿੱਚ ਆਉਣਾ, ਤੁਹਾਨੂੰ ਹੋਰ ਕੋਈ ਸੇਵਾ ਦੱਸਣੀ ਹੈ। ਜਦ ਪਿਛਲੇ ਪੈਰ ਗੁਰੂ ਜੀ ਦਾ ਦੀਵਾਨ ਸਜਿਆ ਤਾਂ ਭਾਈ ਬੋੜੂ ਹਾਜ਼ਰ ਹੋਇਆ। ਦੋਨੋਂ ਹੱਥ ਜੋੜ ਕੇ ਗੁਰੂ ਜੀ ਦੇ ਸਾਹਮਣੇ ਗਰਦਨ ਝੁਕਾਈ ਖੜਾ ਹੋ ਗਿਆ। ਗੁਰੂ ਜੀ ਨੇ ਆਖਿਆ, ਭਾਈ ਬੋੜੂ ਤੇਰੀ ਸੇਵਾ ਸਫਲੀ ਹੋ ਗਈ ਹੈ, ਹੁਣ ਤੁਸੀਂ ਆਪਣੇ ਘਰ ਨੂੰ ਜਾਓ। ਗੁਰਸਿੱਖੀ ਦਾ ਪ੍ਰਚਾਰ ਕਰਕੇ ਸਤਨਾਮ ਦਾ ਉਪਦੇਸ਼ ਦਿਆ ਕਰੋ। ਆਏ ਗਏ ਵਾਸਤੇ ਲੰਗਰ ਚਲਾਉਣਾ, ਰਿਧੀ ਸਿੱਧੀ ਤੁਹਾਡੇ ਅੱਗੇ ਹੱਥ ਬੰਨੀ ਖੜੀ ਰਹੇਗੀ। ਹੁਣ ਹੋਰ ਕੋਈ ਕਾਰ ਕਰਨ ਦੀ ਤੁਹਾਨੂੰ ਲੋੜ ਨਹੀਂ। ਇਹ ਕਹਿ ਕੇ ਗੁਰੂ ਜੀ ਨੇ ਬੋੜੂ ਵੱਲ ਕਿਰਪਾ ਦੀ ਨਿਗਾਹ ਕੀਤੀ। ਉਸੇ ਵੇਲੇ ਭਾਈ ਬੋੜੂ ਨੂੰ ਤਿੰਨਾਂ ਕਾਲਾਂ ਦੀ ਸੋਝੀ ਹੋ ਗਈ। ਆਤਮ ਗਿਆਨ ਪ੍ਰਕਾਸ਼ ਆਇਆ। ਭਾਈ ਬੋੜੂ ਨੇ ਪ੍ਰਸੰਨ ਚਿੱਤ ਹੋ ਕੇ ਸਤਿਗੁਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਪਕੜ ਲਏ। ਗੁਰੂ ਜੀ ਨੇ ਘਰ ਜਾਣ ਦੀ ਆਗਿਆ ਦੇ ਕੇ ਤੋਰਿਆ। ਆਪ ਸ੍ਰੀ ਗੁਰੂ ਜੀ ਫਿਰ ਅੰਮ੍ਰਿਤਸਰ ਨੂੰ ਤੁਰ ਪਏ। ਅੰਮ੍ਰਿਤਸਰ ਪਹੁੰਚ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਾਰ ਸਰੋਵਰ ਦਾ ਆਰੰਭ ਕਰ ਦਿੱਤਾ। ਬੇਅੰਤ ਸੰਗਤਾਂ ਸੇਵਾ ਕਰਨ ਲੱਗੀਆਂ।
ਦੇਸਾਂ ਦਰਸਾਂਤਰਾਂ ਵਿੱਚ ਹੁਕਮਨਾਮੇ ਭੇਜ ਦਿੱਤੇ। ਇੱਟਾਂ ਦੇ ਆਵੇ ਪੱਕਣ ਲਈ ਗਏ। ਲੰਮੇ ਦੇਸ ਦੀ ਸੰਗਤ ਧਨ ਖੇਪ ਪੋਠੋਹਾਰ ਤਖਤ ਹਜ਼ਾਰਾ ਸ਼ਸ਼ ਹਜ਼ਾਰਾ ਕਾਬਲ ਪਸ਼ੌਰ ਕੰਧਾਰ ਬਲਖ ਬੁਖਾਰਾ ਮੁਲਤਾਨ ਦਿੱਲੀ ਆਗਰਾ ਬੰਗਾਲ ਆਦਿਕ ਦੀ ਸੰਗਤ ਵਹੀਰਾਂ ਪਾ ਕੇ ਆ ਗਈ। ਅੰਮ੍ਰਿਤਸਰ ਵਿੱਚ ਇੱਕ ਭਾਰੀ ਕੁੰਭ ਲੱਗ ਗਿਆ। ਕਈ ਦਿਨ ਰਹਿ ਕੇ ਸੇਵਾ ਕਰਦਿਆਂ ਫਿਰ ਸਤਿਗੁਰਾਂ ਪਾਸੋਂ ਆਗਿਆ ਲੈ ਕੇ ਮਨ ਇੱਛਤ ਕਾਮਨਾ ਪੂਰੀਆਂ ਕਰਕੇ ਘਰਾਂ ਨੂੰ ਜਾਂਦੀਆਂ ਸਤਿਗੁਰਾਂ ਦਾ ਲੰਗਰ ਦਿਨ ਰਾਤ ਵਰਤਦਾ ਰਹਿੰਦਾ। ਕਈਆਂ ਸਿੱਖਾਂ ਨੂੰ ਗੁਰੂ ਜੀ ਰੱਖ ਲੈਂਦੇ ਤੇ ਅੰਮ੍ਰਿਤਸਰ ਵਿੱਚ ਹੀ ਵਪਾਰ ਕਰਨ ਲਈ ਹੁਕਮ ਕਰਦੇ। ਇੱਕ ਪਾਸੇ ਗੁਰੂ ਜੀ ਸ੍ਰੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਜੀ ਤੇ ਸਰੋਵਰ ਦੀ ਇਮਾਰਤ ਕਰਵਾਉਂਦੇ, ਇੱਕ ਪਾਸੇ ਸ਼ਹਿਰ ਦੇ ਬਾਜ਼ਾਰ ਦੁਕਾਨਾਂ ਘਰਾਂ ਦੀ ਇਮਾਰਤ ਕਰਾਈ ਜਾਂਦੇ। ਜਿਉਂ-ਜਿਉਂ ਮਕਾਨ ਬਣਦੇ ਜਾਂਦੇ ਤਿਉਂ-ਤਿਉਂ ਸਿੱਖਾਂ ਨੂੰ ਵਸਣ ਲਈ ਦੇਈ ਜਾਂਦੇ। ਕਾਰੀਗਰ ਮਜ਼ਦੂਰ ਬੇਅੰਤ ਹੀ ਲੱਗੇ ਹੋਏ ਤੇ ਸੰਗਤਾਂ ਵੀ ਬੇਅੰਤ ਹੀ ਸੇਵਾ ਕਰਦੀਆਂ। ਚਾਰ ਚਫੇਰੇ ਗੁਰੂ ਜੀ ਦਾ ਜਸ ਫੈਲਿਆ। ਇੱਕ ਪਾਸੇ ਤਾਂ ਸੰਤੋਖ ਸਰਦਾ ਤਲਾਬ ਪੱਕੇ ਚੂਨੇ ਗੱਚ ਬਣਦਾ ਪਿਆ ਸੀ। ਚਾਰ ਚਫੇਰਿਓਂ ਵੀ ਸਤਨਾਮ ਸਤਨਾਮ ਦੀ ਆਵਾਜ਼ ਉੱਠਦੀ ਅਰ ਸਿੱਖਾਂ ਦੇ ਮਨਾਂ ਨੂੰ ਪ੍ਰਫੁੱਲਤ ਕਰਦੀ। ਸਾਹਿਬ ਬੁੱਢਾ ਜੀ ਭਾਈ ਗੁਰਦਾਸ ਜੀ ਆਦਿਕ ਮੁਖੀ ਸਿੱਖ ਇਸ ਕਾਰ ਨੂੰ ਸੰਭਾਲਣ ਵਿੱਚ ਲੱਗੇ ਹੋਏ ਤੇ ਸਿੱਖੀ ਪ੍ਰਚਾਰ ਕਰਕੇ ਸੇਵਾ ਕਰਾਉਂਦੇ। ਫਫਰੇ ਨਗਰ ਵਿੱਚ ਇੱਕ ਬਹਿਲੋਂ ਜੱਟ ਸਰਵਰ ਦਾ ਮੁਰੀਦ, ਜਿਸ ਨੂੰ ਬਹਿਲੋਂ ਸੁਲਤਾਨੀਆਂ ਸੱਦਦੇ ਸਨ, ਨਿੱਤ ਹੀ ਹੱਥ ਵਿੱਚ ਖੁੰਡੀ ਰੱਖ ਕੇ ਤੇ ਖੱਲੜੀ ਪਾ ਕੇ ਸ਼ੇਖਾਂ ਦਾ ਰੂਪ ਬਣ ਕੇ ਰਹਿੰਦਾ ਸੀ। ਹਰ 6 ਮਹੀਨਿਆਂ ਸਰਵਰੀਆਂ ਦੇ ਜਥੇ ਨੂੰ ਨਾਲ ਲੈ ਕੇ ਨਗਾਹੇ ਪਿੰਡ ਸਰਵਰ ਦੇ ਥਾਨ ਤੇ ਜਾਂਦਾ ਤੇ ਭੇਟਾ ਚੜਾਉਂਦਾ। ਆਪ ਬਹਿਲੋਂ ਸਭਨਾਂ ਦਾ ਪੂਜਨਿਕ ਮਹੰਤ ਬਣਿਆ ਹੋਇਆ ਸੀ। ਇੱਕ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਸਿੱਖ ਨੂੰ ਭੇਜਿਆ ਕਿ ਸਤਲੁਜ ਤੋਂ ਪਾਰ ਫਫਰੇ ਪਿੰਡ ਵਿੱਚ ਇੱਕ ਬਹਿਲੋਂ ਨਾਮ ਕਰਕੇ ਸਰਵਰੀਆ ਜੱਟ ਰਹਿੰਦਾ ਹੈ। ਉਸ ਨੂੰ ਮਿਲ ਕੇ ਆਖਣਾ, ਤੈਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਯਾਦ ਕਰਦੇ ਹਨ ਤੇ ਆਓ। ਸਿੱਖ ਹੁਕਮ ਅਨੁਸਾਰ ਤੁਰ ਪਿਆ ਅਰ ਪੰਥ ਕੱਟਦਾ ਹੋਇਆ ਫਫਰੇ ਨਗਰ ਪਹੁੰਚਾ। ਜਾ ਕੇ ਬਹਿਲੋਂ ਨੂੰ ਮਿਲਿਆ। ਆਖਿਆ ਕਿ ਤੈਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਸੱਦਦੇ ਹਨ ਕਿ ਆ ਕੇ ਗੁਰੂ ਘਰ ਦੀ ਸੇਵਾ ਕਰੋ। ਬਹਿਲੋਂ ਸੁਣ ਕੇ ਕਹਿਣ ਲੱਗਾ, ਮੈਂ ਤਾਂ ਸੁਲਤਾਨੀਆਂ ਸਿੱਖ ਹਾਂ। ਮੇਰੀ ਮਾਨਤਾ ਦੂਰ ਦੂਰ ਤੱਕ ਹੋਈ ਹੈ। ਸਭ ਨਗਰ ਦੇ ਲੋਕ ਮੇਰੇ ਅਨੁਸਾਰ ਚੱਲਦੇ ਹਨ। ਮੈਂ ਸਰਵਰ ਪੀਰ ਦੇ ਮਤ ਅਨੁਸਾਰ ਚੱਲਦਾ ਹਾਂ। ਮੈਂ ਤਾਂ ਜਾਣਦਾ ਹੀ ਨਹੀਂ ਗੁਰੂ ਅਰਜਨ ਜੀ ਕੌਣ ਹਨ, ਕਿਹੜੇ ਹਨ। ਮੇਰੀ ਉਹਨਾਂ ਦੀ ਵਾਕਫੀ ਹੀ ਨਹੀਂ, ਨਾ ਹੀ ਕਦੀ ਮੈਂ ਉਹਨਾਂ ਨੂੰ ਮਿਲਿਆ ਹੀ ਹਾਂ। ਉਹਨਾਂ ਮੈਨੂੰ ਕਿਸ ਤਰ੍ਹਾਂ ਸੱਦਿਆ ਹੈ। ਮੈਂ ਆਪਣੀ ਮਾਣ ਵਡਿਆਈ ਨੂੰ ਗਵਾ ਕੇ ਕਿਉਂ ਜਾਵਾਂ। ਮੈਂ ਆਪਣੀ ਕਾਰ ਵਿੱਚ ਰਾਜੀ ਹਾਂ। ਇਹ ਸੁਣ ਕੇ ਉਹ ਸਿੱਖ ਮੁੜ ਪਿਆ ਅਰ ਗੁਰੂ ਜੀ ਪਾਸ ਪਹੁੰਚ ਕੇ ਸਾਰੀ ਵਿਖਿਆ ਸੁਣਾ ਦਿੱਤੀ। ਗੁਰੂ ਜੀ ਸੁਣ ਕੇ ਹੱਸ ਪਏ ਅਰ ਸਿੱਖ ਨੂੰ ਹੁਕਮ ਦਿੱਤਾ ਕਿ ਤੁਸੀਂ ਫੇਰ ਜਾਓ, ਉਸ ਨੂੰ ਜਾ ਕੇ ਆਖੋ ਕਿ ਬਹਿਲੋਂ ਤੈਨੂੰ ਕੁਝ ਸੋਝੀ ਨਹੀਂ ਰਹੀ, ਜਿਸ ਕਰਕੇ ਤੂੰ ਤੁਰਕ ਦੀ ਕਬਰ ਨੂੰ ਪੂਜਦਾ ਹੈ। ਬਿਨਾਂ ਸਮਝੇ ਹੀ ਕਬਰ ਅੱਗੇ ਹੱਥ ਜੋੜਦਾ ਤੇ ਆਪਣਾ ਜਨਮ ਵਿਅਰਥ ਗਵਾਈ ਜਾਂਦਾ ਹੈ। ਅੰਤ ਨਰਕਾਂ ਵਿੱਚ ਹੀ ਜਾ ਪਵੇਗਾ। ਅਸੀਂ ਤੈਨੂੰ ਇਸ ਲਈ ਯਾਦ ਕੀਤਾ ਹੈ ਕਿ ਜਿੱਥੇ ਜਿੱਥੇ ਵੀ ਅਸੀਂ ਅਵਤਾਰ ਲੈਂਦੇ ਹਾਂ, ਤੂੰ ਸਾਡੇ ਨਾਲ ਹੀ ਰਹਿੰਦਾ ਆਇਆ ਹੈ। ਸੋ ਹੁਣ ਜਨਮਾਂ ਜਨਮਾਂ ਦਾ ਕਸ਼ਟ ਮੇਟ ਕੇ ਮੋਕਸ਼ ਹੋਣ ਦਾ ਤੇਰਾ ਸਮਾਂ ਆਇਆ ਸੀ ਤੇ ਤੂੰ ਵਿਛੜ ਕੇ ਫੇਰ 84 ਦੇ ਗੇੜ ਵਿੱਚ ਪੈਣ ਲੱਗਾ ਹੈ। ਆ ਤੈਨੂੰ ਬਚਾ ਲਈਏ। ਗੁਰੂ ਘਰ ਦੀ ਸੇਵਾ ਵਿੱਚ ਲੈ ਕੇ ਤੇਰੀ ਆਤਮਾ ਸ਼ੁੱਧ ਕਰੀਏ। ਗੁਰੂ ਜੀ ਦੀ ਆਗਿਆ ਪਾ ਕੇ ਸਿੱਖ ਮੁੜ ਬਹਿਲੋਂ ਦੇ ਪਾਸ ਗਿਆ। ਮਿਲ ਕੇ ਗੁਰੂ ਜੀ ਦਾ ਹੁਕਮ ਸੁਣਾਇਆ। ਬਹਿਲੋਂ ਸੁਣ ਕੇ ਅਚਰਜ ਜਿਹਾ ਹੋ ਗਿਆ। ਕਹਿਣ ਲੱਗਾ ਕਿ ਮੈਂ ਤਾਂ ਇਸ ਗੱਲ ਦਾ ਜਾਣੂ ਨਹੀਂ ਹਾਂ। ਮੈਨੂੰ ਕੀ ਪਤਾ ਲੱਗੇ। ਜੇਕਰ ਗੁਰੂ ਜੀ ਜਾਣਦੇ ਹਨ ਤਾਂ ਆਪਣੀ ਸ਼ਕਤੀ ਨਾਲ ਮੈਨੂੰ ਪਿਛਲਿਆਂ ਜਨਮਾਂ ਦਾ ਜਾਣੂ ਕਰਾ ਦੇਣ ਤੇ ਸੱਦ ਲੈਣ। ਮੈਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ ਸੱਚ ਹੈ ਜਾਂ ਝੂਠ। ਇਹ ਉੱਤਰ ਸੁਣ ਕੇ ਸਿੱਖ ਫੇਰ ਮੁੜ ਪਿਆ। ਕੁਝ ਕੁ ਦਿਨ ਬਾਅਦ ਗੁਰੂ ਜੀ ਪਾਸ ਪਹੁੰਚ ਕੇ ਸਾਰੀ ਵਾਰਤਾ ਸੁਣਾਈ। ਗੁਰੂ ਜੀ ਨੇ ਉਸਦੇ ਪੂਰਬਲੇ ਜਨਮਾਂ ਦਾ ਸਾਰਾ ਭੇਤ ਲਿਖਿਆ। ਕਾਗਜ਼ ਲਿਖ ਕੇ ਬੰਦ ਕੀਤਾ। ਸਿੱਖ ਨੂੰ ਕਿਹਾ ਫੇਰ ਜਾਓ। ਸਿੱਖ ਪੱਤਰਕਾ ਲੈ ਕੇ ਤੁਰ ਪਿਆ। ਫੇਰ ਉੱਥੇ ਪਹੁੰਚਾ। ਜਾ ਕੇ ਬਹਿਲੋਂ ਨੂੰ ਉਹ ਪੱਤਰਕਾ ਦਿੱਤੀ।
ਪਹਿਲੇ ਜਨਮਾਂ ਦੇ 2-4 ਪੱਤੇ ਪੜ੍ਹ ਕੇ ਹੈਰਾਨ ਜਿਹਾ ਹੋ ਗਿਆ ਅਤੇ ਸੋਚਣ ਲੱਗਾ ਕਿ ਇਹ ਠੀਕ ਹਨ। ਸਿੱਖ ਨੂੰ ਪਾਸ ਰੱਖਿਆ, ਆਖਿਆ ਕਿ ਰਾਤ ਇੱਥੇ ਰਹੋ, ਸਵੇਰੇ ਦੱਸਾਂਗਾ। ਬੈਲੋ ਨੇ ਸੋਚਾਂ ਨੂੰ ਘੇਰਾ ਪਾ ਲਿੱਤਾ ਕਿ ਮੈਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ ਇਹ ਜਨਮ ਮੇਰੇ ਬੀਤੇ ਹਨ। ਇਸੇ ਹੀ ਸੋਚ ਵਿੱਚ ਚੱਕਰ ਖਾਂਦਿਆਂ ਨੀਂਦ ਆ ਗਈ। ਸੁਪਨੇ ਵਿੱਚ ਉਹ ਸਾਰੇ ਹੀ ਜਨਮ ਦੇਖੇ। ਉਹਨਾਂ ਜਨਮਾਂ ਤੋਂ ਹਟ ਕੇ ਹੁਣ ਦਾ ਜਨਮ ਵੀ ਨਜ਼ਰ ਆਇਆ। ਜਦ ਜਾਗ ਆਈ ਤਾਂ ਜੋ ਪੱਤਰਕਾ ਵਿੱਚ ਲਿਖਿਆ ਹੋਇਆ ਸੀ ਸੋ ਠੀਕ ਨਿਕਲਿਆ। ਉਸੇ ਵੇਲੇ ਸਮਝ ਗਿਆ ਕਿ ਮੇਰੇ ਪੂਰਬਲੇ ਭਾਗ ਜਾਗ ਪਏ ਹਨ। ਗੁਰੂ ਜੀ ਵੱਲ ਧਿਆਨ ਕਰਕੇ ਨਮਸਕਾਰ ਕੀਤੀ। ਫਿਰ ਮਾਇਆ ਨੇ ਚੱਕਰ ਫੇਰਿਆ। ਸੋਚਣ ਲੱਗਾ ਕਿ ਨਿਕਟਾਂ ਪ੍ਰਤੀ ਮੈਂ ਸਰਵਰ ਪੀਰ ਨੂੰ ਪੂਜਦਾ ਹਾਂ। ਮੇਰੇ ਅਨੁਸਾਰੀ ਸਾਰੇ ਨਗਰ ਹਨ। ਜੋ ਮੈਂ ਪੁੱਤਰ ਇਸਤਰੀ ਨੂੰ ਤਿਆਗ ਕੇ ਗੁਰੂ ਘਰ ਵੱਲ ਜਾਵਾਂ ਤਾਂ ਕਿਧਰੇ ਪੀਰ ਮੇਰੇ ਤੇ ਕਰੋਪੀ ਨਾ ਕਰੇ। ਫਿਰ ਸੁਪਨੇ ਨੂੰ ਚੇਤੇ ਕਰਕੇ ਸੋਚਣ ਲੱਗਾ, ਨਹੀਂ, ਮੇਰੇ ਤਾਂ ਭਾਗ ਜਾਗੇ ਹਨ। ਤਦ ਹੀ ਭਾਈ ਬੈਲੋਂ ਭਰਾਈ ਦਾ ਭੇਸ ਧਾਰ ਕੇ ਤੁਰ ਪਿਆ। ਮਨ ਵਿੱਚ ਪ੍ਰਣ ਕੀਤਾ ਕਿ ਜੇਕਰ ਸਰਵਰ ਪੀਰ ਮੈਨੂੰ ਸਤਲੁਜ ਦੇ ਕੰਢੇ ਤੱਕ ਨਾ ਰੋਕੇਗਾ ਤਾਂ ਮੈਂ ਗੁਰੂ ਘਰ ਦੀ ਸ਼ਰਨ ਹੀ ਜਾਵਾਂਗਾ। ਇਸੇ ਖਿਆਲ ਵਿੱਚ ਸਿੱਖ ਦੇ ਨਾਲ ਤੁਰ ਪਿਆ। ਹੌਲੀ ਹੌਲੀ ਸਤਲੁਜ ਦੇ ਕੰਢੇ ਤੱਕ ਪਹੁੰਚ ਗਿਆ ਅਰ ਬੇੜੇ ਵਿੱਚ ਬੈਠ ਗਿਆ। ਜਦ ਦਰਿਆ ਦੇ ਅੱਧ ਵਿੱਚ ਪਹੁੰਚਾ ਤਾਂ ਆਪਣੀ ਖੁੰਡੀ ਤੇ ਖੱਲੜੀ ਦਰਿਆ ਵਿੱਚ ਵਗਾ ਮਾਰੀ ਤੇ ਇੱਕ ਮਨ ਹੋ ਕੇ ਗੁਰੂ ਘਰ ਵੱਲ ਸ਼ਰਧਾ ਧਾਰ ਲਿੱਤੀ। ਸਭ ਰਸਤਾ ਉਲੰਘ ਕੇ ਅੰਮ੍ਰਿਤਸਰ ਪਹੁੰਚੇ। ਅੱਗੇ ਸਤਿਗੁਰੂ ਜੀ ਦੀਵਾਨ ਵਿੱਚ ਬੈਠੇ ਸਤਿਨਾਮ ਦਾ ਉਪਦੇਸ਼ ਦੇ ਕੇ ਸਿੱਖਾਂ ਨੂੰ ਨਿਹਾਲ ਕਰ ਰਹੇ ਸਨ ਤਾਂ ਬੈਲੋ ਨੇ ਆ ਕੇ ਮੱਥਾ ਟੇਕਿਆ। ਸਤਿਗੁਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਦਰਸ਼ਨ ਕਰਨ ਨਾਲ ਹੀ ਮਨ ਸ਼ਾਂਤ ਹੋ ਗਿਆ। ਸਭ ਸੰਸ਼ੇ ਦੂਰ ਹੋ ਗਏ। ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੈਂ ਪੂਰਬਲੇ ਕਿਸੇ ਖੋਟੇ ਭਾਗ ਕਰਕੇ ਕੁਰਾਹੇ ਪੈ ਗਿਆ ਸੀ, ਸੋ ਆਪ ਨੇ ਆਪਣਾ ਬਿਰਧ ਪਾਲਦਿਆਂ ਹੋਇਆਂ ਮੈਨੂੰ ਆਪਣੇ ਘਰ ਸੱਦ ਲਿਆ ਹੈ। ਮੈਨੂੰ ਸਿੱਖੀ ਦਾਨ, ਨਾਮ ਦਾਨ ਬਖਸ਼ੋ ਔਰ ਮੇਰਾ ਉਧਾਰ ਹੋ ਜਾਵੇ। ਗੁਰੂ ਜੀ ਬੋਲੇ, ਅਜੇ ਥੋੜੀ ਜਿਹੀ ਕਸਰ ਰਹਿੰਦੀ ਹੈ। ਜੇਕਰ ਤੁਸੀਂ ਨਿਰੰਕਾਰ ਹੋ ਕੇ ਗੁਰੂ ਘਰ ਦੀ ਸੇਵਾ ਕਰੋ ਤਾਂ ਉਹ ਕਮੀ ਪੂਰੀ ਹੋ ਜਾਵੇਗੀ। ਬੈਲੂ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਸੇਵਾ ਬਖਸ਼ੋ ਜੋ ਆਪ ਦਾ ਹੁਕਮ ਹੋਵੇ। ਗੁਰੂ ਜੀ ਕਹਿਣ ਲੱਗੇ, ਇੱਟਾਂ ਦੇ ਪਜਾਵੇ ਚੜੇ ਹੋਏ ਹਨ, ਉਹਨਾਂ ਪਜਾਵਿਆਂ ਤੇ ਜਾ ਕੇ ਸੇਵਾ ਕਰੋ। ਸਤ ਬਚਨ ਕਹਿ ਕੇ ਬੈਲੋਂ ਜੀ ਤੁਰ ਪਏ ਅਰ ਤਨੋਂ ਮਨੋਂ ਹੋ ਕੇ ਸੇਵਾ ਕਰਨ ਲੱਗੇ। ਭੁੱਖ ਤ੍ਰੇਹ ਦੀ ਵੀ ਪਰਵਾਹ ਨਾ ਕਰਦੇ ਹੋਏ ਸੇਵਾ ਵਿੱਚ ਲੱਗੇ। ਨਾਲ ਹੀ ਹਰ ਇੱਕ ਸਿਆਣੇ ਪਾਸੋਂ ਪੁੱਛਦੇ ਕਿ ਕੋਈ ਅਜਿਹਾ ਯਤਨ ਦੱਸੋ ਜਿਸ ਕਰਕੇ ਇੱਟਾਂ ਬਹੁਤ ਲਾਲ ਹੋ ਜਾਵਣ। ਇਸੇ ਤਰ੍ਹਾਂ ਗੰਦਗੀ ਅਤੇ ਰੂੜੀ ਆਵੇ ਵਿੱਚ ਪਾਵੇ, ਉਤਨਾ ਹੀ ਆਵਾ ਚੰਗਾ ਪੱਕਦਾ ਹੈ। ਉਸੇ ਦਿਨ ਤੋਂ ਬੈਲੋ ਜੀ ਰੂੜੀ ਤੇ ਗੰਦਗੀ ਢੋਣ ਲੱਗ ਗਏ। ਬੇਅੰਤ ਗੰਦਗੀ ਢੋਈ। ਕਈ ਗੁਰੂ ਦਿੱਕੇ ਸਿੱਖ ਬੈਲੋਂ ਦੀ ਸੇਵਾ ਨੂੰ ਵੇਖ ਕੇ ਪ੍ਰਸੰਨ ਹੁੰਦੇ ਤੇ ਕਈ ਲੋਕ ਤਰਕਾਂ ਕਰਦੇ। ਇਸੇ ਕਾਰ ਵਿੱਚ ਲੱਗਿਆ ਹੋਇਆਂ ਕੁਝ ਕੁ ਸਮਾਂ ਬੀਤ ਗਿਆ। ਆਵਾ ਪੱਕ ਕੇ ਤਿਆਰ ਹੋ ਗਿਆ। ਉਸ ਵਿੱਚੋਂ ਇੱਟਾਂ ਕੱਢ ਕੇ ਗੁਰੂ ਜੀ ਦੇ ਪਾਸ ਲਿਆਏ। ਗੁਰੂ ਜੀ ਬੜੇ ਪ੍ਰਸੰਨ ਹੋਏ। ਕਹਿਣ ਲੱਗੇ, ਆਵਾ ਬਹੁਤ ਹੀ ਚੰਗਾ ਪੱਕਾ ਹੈ। ਇਹ ਦੱਸੋ ਜੀ, ਜੋ ਬੈਲੋਂ ਸਿੱਖ ਕੀ ਕਾਰ ਕਰਦਾ ਹੈ? ਸਿੱਖ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਇਹ ਸਭ ਬੈਲੋਂ ਦੀ ਹੀ ਕਾਰ ਹੈ। ਉਸਨੇ ਬੇਅੰਤ ਰੂੜੀ ਤੇ ਗੰਦਗੀ ਢੋ ਢੋ ਕੇ ਆਵੇ ਵਿੱਚ ਪਾਈ ਹੈ। ਗੁਰੂ ਜੀ ਨੇ ਬੈਲੋਂ ਨੂੰ ਸਦਵਾਇਆ। ਬੈਲੋਂ ਨੇ ਗੁਰੂ ਜੀ ਦੇ ਚਰਨਾਂ ਤੇ ਆਣ ਕੇ ਮੱਥਾ ਟੇਕਿਆ। ਗੁਰੂ ਜੀ ਬੋਲੇ, ਭਾਈ ਬੈਲੋਂ, ਹੁਣ ਤੁਸੀਂ ਸਰੋਵਰ ਦੀ ਕਾਰ ਕਰੋ। ਸਤ ਬਚਨ ਕਹਿ ਕੇ ਬੈਲੋਂ ਜੀ ਟੋਕਰੀ ਦੀ ਕਾਰ ਵਿੱਚ ਲੱਗ ਗਏ। ਦਵਾ ਦਬ ਭਾਰੀ ਤੋਂ ਭਾਰੀ ਟੋਕਰੀ ਚੁੱਕ ਕੇ ਲਿਜਾਣ ਲੱਗੇ। ਕਈ ਸਿੱਖ ਟੋਕਰੀ ਵਿੱਚ ਭਾਰੀ ਬੋਝ ਭਰ ਦਿੰਦੇ, ਮਗਰ ਬੈਲੋਂ ਜੀ ਉਤਸ਼ਾਹ ਨਾਲ ਸਭ ਤੋਂ ਪਹਿਲਾਂ ਟੋਕਰੀ ਪਹੁੰਚਾਉਂਦੇ। ਟੋਕਰੀ ਲਿਜਾਂਦਿਆਂ ਆਉਂਦਿਆਂ ਨਿਗਾਹ ਗੁਰੂ ਜੀ ਦੇ ਚਿਹਰੇ ਵੱਲ ਹੀ ਰੱਖਦੇ। ਜਰਾ ਕੁ ਗੁਰੂ ਜੀ ਦਾ ਮੂੰਹ ਦੂਸਰੇ ਪਾਸੇ ਫੇਰਦੇ ਤਾਂ ਬੈਲੋ ਦਾ ਮਨ ਵਿਆਕੁਲ ਹੋ ਜਾਂਦਾ। ਜਿਸ ਤਰ੍ਹਾਂ ਚਕੋਰ ਚੰਦਰਮਾ ਨੂੰ ਵੇਖ ਵੇਖ ਕੇ ਨਿਹਾਲ ਹੁੰਦਾ ਹੈ, ਇਸੇ ਤਰ੍ਹਾਂ ਬੈਲੋ ਜੀ ਦਾ ਮਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ ਆਨੰਦਮਈ ਹੋ ਰਿਹਾ ਸੀ।
ਗੁਰੂ ਘਰ ਦੀ ਸੇਵਾ ਅਤੁੱਟ ਕੀਤੀ। ਗੁਰੂ ਜੀ ਪ੍ਰਸੰਨ ਹੋ ਗਏ। ਬੈਲੋ ਨੂੰ ਸੱਦ ਕੇ ਆਖਿਆ ਕਿ ਕਾਹਲ ਨਹੀਂ, ਧੀਰੇ ਧੀਰੇ ਕਾਰ ਕਰੋ। ਬੈਲੋ ਜੀ ਬੋਲੇ, ਸੱਚੇ ਪਾਤਸ਼ਾਹ, ਮੇਰੇ ਵਿੱਚ ਤਾਂ ਕੋਈ ਹਿੰਮਤ ਨਹੀਂ, ਨਾ ਕਾਲ ਦੀ ਨਾ ਧੀਮੇ ਦੀ। ਸਭ ਆਪ ਹੀ ਆਪਣੀ ਕਾਰ ਨੂੰ ਕਰ ਰਹੇ ਹੋ। ਆਪ ਦੇ ਬਲ ਤੋਂ ਬਿਨਾਂ ਮੇਰਾ ਸਰੀਰ ਤਾਂ ਮੁਰਦਾ ਹੈ। ਆਪ ਦੀ ਹੀ ਜੋਤ ਪ੍ਰਕਾਸ਼ ਕੇ ਮੇਰੇ ਸਰੀਰ ਨੂੰ ਚਲਾ ਰਹੀ ਹੈ। ਗੁਰੂ ਜੀ ਨੇ ਬਚਨ ਕੀਤਾ, ਭਾਈ ਬੈਲੋ, ਜੇਕਰ ਤੇਰੇ ਮਨ ਵਿੱਚ ਇਹ ਗੱਲ ਹੈ ਤਾਂ ਇਹੋ ਹੀ ਹੋਵੇਗਾ। ਸੋ ਉਸੇ ਵੇਲੇ ਭਾਈ ਬੈਲੋਂ ਵਿੱਚ ਆਤਮ ਜੋਤ ਦਾ ਪ੍ਰਕਾਸ਼ ਹੋ ਗਿਆ ਅਤੇ ਤਿੰਨਾਂ ਕਾਲਾਂ ਦਾ ਗਿਆਤ ਹੋ ਗਿਆ। ਰਿੱਧੀਆਂ ਸਿੱਧੀਆਂ ਜ਼ਬਾਨ ਉੱਤੇ ਆ ਕੇ ਹਾਜ਼ਰ ਹੋ ਗਈਆਂ। ਭਾਈ ਬੈਲੋਂ ਨੇ ਦੌੜ ਕੇ ਗੁਰੂ ਜੀ ਦੇ ਚਰਨ ਪਕੜ ਲੀਤੇ ਅਤੇ ਬੋਲਿਆ, ਹੇ ਸਤਿਗੁਰ, ਆਪ ਨੇ ਬੜੀ ਕਿਰਪਾ ਕੀਤੀ ਹੈ ਜੋ ਮੈਨੂੰ ਬਾਹੋਂ ਪਕੜ ਕੇ ਨਰਕਾਂ ਵੱਲ ਜਾਂਦਿਆਂ ਖਿੱਚ ਲਿਆ ਹੈ। ਆਪ ਸਦਾ ਹੀ ਆਪਣਾ ਬਿਰਧ ਪਾਲਦੇ ਆਏ ਹੋ। ਗੁਰੂ ਜੀ ਨੇ ਆਗਿਆ ਦਿੱਤੀ ਕਿ ਤੁਸੀਂ ਹੁਣ ਗੁਰਸਿੱਖੀ ਦਾ ਪ੍ਰਚਾਰ ਕਰੋ, ਹਰ ਸਤਿਨਾਮ ਦਾ ਉਪਦੇਸ਼ ਦਿਓ, ਆਪਣਾ ਧਿਆਨ ਸ੍ਰੀ ਗੁਰੂ ਨਾਨਕ ਨਿਰੰਕਾਰ ਦੇ ਚਰਨਾਂ ਵਿੱਚ ਰੱਖਣਾ। ਹੁਣ ਤੁਹਾਡਾ ਸੰਸਾਰ ਚੱਕਰ ਨਿਵਰਤ ਹੋ ਜਾਵੇਗਾ। ਇਹ ਉਸੇ ਵੇਲੇ ਇਹ ਬਚਨ ਹੋ ਹੀ ਰਹੇ ਸਨ ਕਿ ਭਾਈ ਭਗਤੂ ਜੀ ਵੀ ਆ ਗਏ। ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਔਰ ਉਤਸ਼ਾਹ ਪੂਰਵਕ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਆਗਿਆ ਬਖਸ਼ੋ ਜੇ ਮੈਂ ਹੋਰ ਸੇਵਾ ਕਰਕੇ ਆਪਣੇ ਹੱਥ ਸਫਲੇ ਕਰਾਂ, ਕਿਉਂਕਿ ਜਿਸ ਤਰ੍ਹਾਂ ਬਰਤਨ ਨੂੰ ਜਿੰਨਾ ਮਾਂਜੀਏ ਉਤਨਾ ਹੀ ਚਮਕਦਾ ਹੈ, ਠੀਕ ਇਸੇ ਪ੍ਰਕਾਰ ਹੀ ਮਨ ਦੇ ਚਮਕਾਉਣ ਲਈ ਮੁੱਖ ਸੇਵਾ ਕਰਨੀ ਹੈ। ਇਹ ਸੁਣ ਸਤਿਗੁਰ ਜੀ ਪ੍ਰਸੰਨ ਹੋ ਕੇ ਬੋਲੇ, ਜਿਵੇਂ ਜਿਵੇਂ ਆਪ ਦੀ ਰਜਾ। ਆਗਿਆ ਪਾ ਕੇ ਭਾਈ ਭਗਤੂ ਵੀ ਕਾਰ ਸੇਵਾ ਕਰਨ ਲੱਗ ਪਏ।